ਵੈਲਕਮ ਟੂ ਚੇਤਨ ਭਾਰਤ ਲਰਨਿੰਗ 26 ਅਕਤੂਬਰ ਡੇਟ ਡਿਸਾਈਡ ਕੀਤੀ ਗਈ ਹੈ ਪੀਪੀਐਸਸੀ ਵੱਲੋਂ ਪੰਜਾਬ ਪੀਸੀਐਸ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਕੰਡਕਟ ਕਰਾਉਣ ਦੀ ਤੇ ਸਾਡੇ ਕੋਲ 75 ਦਿਨ ਹੈ ਤੇ ਇੱਕ ਚੰਗੇ ਐਸਪੀਰੈਂਟ ਵਾਸਤੇ ਇਹ 75 ਦਿਨ ਕਾਫੀ ਨੇ ਤਾਂ ਜੋ ਆਪ ਦੀ ਤਿਆਰੀ ਨੂੰ ਕੰਸੋਲੀਡੇਟ ਕੀਤਾ ਜਾ ਸਕੇ। ਇਸ ਵਕਤ ਤੁਸੀਂ ਸਾਰੇ ਰਿਵੀਜ਼ਨ ਕਰ ਹੀ ਰਹੇ ਹੋਵੋਗੇ, ਲੇਕਿਨ ਇੱਕ ਚੀਜ਼ ਜੋ ਰਿਵੀਜ਼ਨ ਦੇ ਨਾਲ ਨਾਲ ਬਹੁਤ ਇੰਪੋਰਟੈਂਟ ਹੈ ਉਹ ਹੈ ਵੱਧ ਤੋਂ ਵੱਧ MCQ ਪ੍ਰੈਕਟਿਸ। ਯਾਦ ਰੱਖਣਾ ਇਹ ਐਗਜ਼ਾਮੀਨੇਸ਼ਨ ਜਦੋਂ ਆਪਾਂ ਪ੍ਰੀਲਿਮਸ ਦੀ ਗੱਲ ਕਰ ਰਹੇ ਹਾਂ ਮੇਨਸ ਦੀ ਵੀ ਤਾਂ 50-50 ਗੇਮ ਹੈ। 50% ਇਜ਼ ਅਬਾਊਟ ਯੋਰ ਸਟੱਡੀਜ਼ ਤੇ 50% MCQ ਪ੍ਰੈਕਟਿਸ, ਤਾਂ ਜੋ ਤੁਸੀਂ ਕਿਸੇ ਵੀ ਸਬਜੈਕਟ ਜੋ ਵੀ ਪੜ੍ਹ ਰਹੇ ਹੋ ਜਦੋਂ ਉਹ ਪੜ੍ਹਿਆ ਹੋਇਆ ਕਨਸੈਪਟ ਆਫ ਫੈਕਟ ਸਟੇਟਮੈਂਟ ਬਣ ਕੇ ਆਉਂਦਾ ਕਿ ਤੁਸੀਂ ਮੰਨ ਲਓ ਇੱਕ ਪੈਰਾਗ੍ਰਾਫ ਪੂਰਾ ਪੜ੍ਹਿਆ ਕਿਸੇ ਚੀਜ਼ ਦੇ ਉੱਤੇ ਕਿ ਇਕੁਅਲ ਪ੍ਰੋਟੈਕਸ਼ਨ ਆਫ ਲਾਸ ਕੀ ਹੈ, ਲੇਕਿਨ ਜਦੋਂ ਉਹੀ ਕਨਸੈਪਟ ਇੱਕ ਸਟੇਟਮੈਂਟ ਦੇ ਵਿੱਚ ਆਉਂਦਾ ਤਾਂ ਫਿਰ ਕਿੱਦਾਂ ਉਹ ਕਨਫਿਊਜ਼ ਕਰ ਸਕਦਾ ਹੈ, ਕਿੱਦਾਂ ਆਪਾਂ ਮੇਨ ਥੀਮ ਨੂੰ ਫੜਦੇ ਹੋਏ ਆਨਸਰ ਕਰਨਾ, ਇਹ ਸਾਨੂੰ MCQ ਪ੍ਰੈਕਟਿਸ ਰਾਹੀਂ ਹੀ ਪਤਾ ਲੱਗਦਾ ਹੈ। ਤੇ ਆਪਾਂ ਸ਼ੁਰੂ ਕਰ ਰਹੇ ਹਾਂ ਡੇਲੀ MCQ ਪ੍ਰੈਕਟਿਸ, ਜਿਹਦੇ ਵਿੱਚੋਂ ਆਪਾਂ ਪੋਲਿਟੀ, ਇਕਨੋਮੀ ਤੇ IR ਤੋਂ ਸ਼ੁਰੂ ਕਰਾਂਗੇ। ਬਹੁਤ ਲੰਬੀ ਵੀਡੀਓ ਨਹੀਂ ਬਣਾਵਾਂਗੇ, ਕਈ ਵਾਰੀ ਇਹ ਹੁੰਦਾ ਕਿ ਲੰਬੀ ਵੀਡੀਓ ਸਰ ਦੇਖਣ ਨੂੰ ਬਹੁਤ ਟਾਈਮ ਲੱਗ ਜਾਂਦਾ, ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਪੋਲਿਟੀ, ਇਕਨੋਮੀ ਤੇ IR ਤੇ ਡੇਲੀ ਬੇਸਿਸ ਤੇ 10 MCQs ਕਰੀਏ, ਜਿਸ ਨੂੰ ਤੁਸੀਂ ਕਦੇ ਵੀ ਮਤਲਬ ਜਦੋਂ ਤੁਸੀਂ ਸਾਰਾ ਰਿਵੀਜ਼ਨ ਕਰ ਲਿਆ, ਅਗਰ ਤੁਹਾਡੇ ਕੋਲ ਕੁਝ ਟਾਈਮ ਹੈ ਕਿ ਹੁਣ ਪੜ੍ਹਨਾ ਨਹੀਂ ਹੈ ਤਾਂ ਫਿਰ ਤੁਸੀਂ MCQ ਰਾਹੀਂ ਵੀ ਆਪਦੀ ਤਿਆਰੀ ਜਾਰੀ ਰੱਖ ਸਕਦੇ ਹੋ। ਤੇ ਇਹ ਕੁਐਸਚਨ ਖਾਸ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਨੇ ਕਿ ਆਪਾਂ ਕਿਸੇ ਵੀ ਸਿਲੇਬਸ ਦਾ, ਕਿਸੇ ਵੀ ਸਬਜੈਕਟ ਦੇ ਸਿਲੇਬਸ ਦਾ ਹਰ ਪੋਰਸ਼ਨ ਕਵਰ ਕਰੀਏ, ਮਤਲਬ ਕਿ MCQ ਰਾਹੀਂ ਸਾਰੇ ਹੀ ਸਿਲੇਬਸ ਨੂੰ ਆਪਾਂ ਰਿਵਾਈਜ਼ ਕਰ ਦਾਂਗੇ, ਜਿਹਨੂੰ ਆਪਾਂ ਕਹਿੰਦੇ ਆ ਰਿਵੀਜ਼ਨ ਥਰੂ MCQ ਪ੍ਰੈਕਟਿਸ। ਤੇ ਇਸ ਵਕਤ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੋਲਿਟੀ MCQs। ਸੋ ਲੈਟਸ ਗੈਟ ਔਨ ਦ ਵੈਰੀ ਫਰਸਟ ਕੁਐਸਚਨ। ਅੱਜ ਦੇ ਟੌਪਿਕ 'ਚ ਆਪਾਂ ਕੀ ਡਿਸਕਸ ਕਰਨ ਵਾਲੇ ਹਾਂ? So it is about more the Constituent Assembly, the making of the Constitution and preamble. So let's see which of the following statement regarding the Constitution of state or nation is correct. ਇਹਨਾਂ ਦੇ ਵਿੱਚੋਂ ਕਿਹੜਾ correct ਹੈ about the Constitution? Okay, so here it comes that the Constitution identifies, defines and regulate the structure, power and function of executive, legislature and judiciary. The Constitution is static and unchanging to ensure preservation of fundamental principles. Then, the Constitution contains fundamental laws of the land and provide the rights and freedom of citizens. And fourth, any decision or action not in accordance with the Constitution is considered unconstitutional and unlawful. तो Constitution the importance की है किसी भी nation वास्ते. So Constitution, as far as we discussed in the classes, of course, that Constitution is the fundamental law of the land. ਦੇਸ਼ ਨੂੰ ਚਲਾਉਣ ਵਾਸਤੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਦਾ ਇੱਕ ਸੈੱਟ ਤਿਆਰ ਕੀਤਾ ਜਾਂਦਾ ਜਿਹਨੂੰ ਕਹਿੰਦੇ ਆਪਾਂ Constitution। तो पहली स्टेटमेंट क्लियर है that ਇਹ ਆਈਡੈਂਟੀਫਾਈ ਕਰਦੀ ਹੈ, ਡਿਫਾਈਨ ਕਰਦੀ ਹੈ ਤੇ ਰੈਗੂਲੇਟ ਕਰਦੀ ਹੈ ਸਟਰਕਚਰ ਵੀ, ਪਾਵਰ ਵੀ ਤੇ ਫੰਕਸ਼ਨ ਵੀ ਐਗਜ਼ੀਕਿਊਟਿਵ ਦਾ, ਲੈਜਿਸਲੇਚਰ ਦਾ, ਜੁਡੀਸ਼ਰੀ ਦਾ, ਜੋ ਤਿੰਨ ਆਰਗਨ ਆਫ ਦਾ ਸਟੇਟ ਨੇ, ਉਹਨਾਂ ਦਾ ਸਟਰਕਚਰ, ਕੰਪੋਜੀਸ਼ਨ, ਉਹਦੇ ਵਿੱਚ ਸਿਲੈਕਸ਼ਨ ਜਾਂ ਇਲੈਕਸ਼ਨ ਤੇ ਨਾਲ ਹੀ ਉਹਨਾਂ ਦੀ ਐਕਸਟੈਂਟ ਆਫ ਪਾਵਰ ਕੀ ਹੈ, ਇਹ ਸਾਰਾ ਕੁਝ ਕਨਸਟੀਟਿਊਸ਼ਨ ਦੇ ਵਿੱਚ ਡਿਫਾਈਨ ਕੀਤਾ ਜਾਊਗਾ। ਦੈਨ ਦ ਕਨਸਟੀਟਿਊਸ਼ਨ ਇਜ਼ ਸਟੈਟਿਕ ਐਂਡ ਅਨਚੇਂਜਿੰਗ। ਨੋ ਸਰ, ਰਾਦਰ ਇੰਡੀਅਨ ਕਨਸਟੀਟਿਊਸ਼ਨ ਬਾਰੇ ਆਪਾਂ ਇੱਕ ਚੀਜ਼ ਪੜ੍ਹਦੇ ਹਾਂ, ਇਟਸ ਅ ਲਿਵਿੰਗ ਡਾਕੂਮੈਂਟ। ਸੋ ਸਟੈਟਿਕ ਨਹੀਂ ਹੈ, ਹਾਲਾਂਕਿ ਆਪਾਂ ਫੰਡਾਮੈਂਟਲ ਪ੍ਰਿੰਸੀਪਲਸ ਨੂੰ ਪ੍ਰੀਜ਼ਰਵ ਕਰਾਂਗੇ, ਲੇਕਿਨ ਸਮੇਂ ਦੀ ਲੋੜ ਦੇ ਮੁਤਾਬਿਕ ਨਵੀਂ ਚੀਜ਼ਾਂ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੀ ਜਾ ਸਕਦੀਆਂ ਤੇ ਇਹਦਾ ਪ੍ਰੂਫ ਵੀ ਹੈ ਕਿ ਆਪਾਂ ਹੁਣ ਤੱਕ ਕਨਸਟੀਟਿਊਸ਼ਨ ਦੇ ਵਿੱਚ 106 ਅਮੈਂਡਮੈਂਟ ਕਰ ਚੁੱਕੇ ਹਾਂ। ਤੇ ਸਟੈਟਿਕ ਹੁੰਦਾ ਤਾਂ ਅਮੈਂਡਮੈਂਟ ਸਗੋਂ ਆਰਟੀਕਲ 368 ਪ੍ਰੋਵਾਈਡਸ ਪਾਵਰ ਐਂਡ ਪ੍ਰੋਸੀਜਰ ਟੂ ਅਮੈਂਡ ਦ ਕਨਸਟੀਟਿਊਸ਼ਨ। ਸੁਪਰੀਮ ਕੋਰਟ ਦੀ ਲਿਬਰਲ ਇੰਟਰਪ੍ਰੀਟੇਸ਼ਨ ਵੀ ਕਨਸਟੀਟਿਊਸ਼ਨ ਪ੍ਰੋਵੀਜ਼ਨਸ ਨੂੰ ਨਿਊ ਮੀਨਿੰਗਸ ਪ੍ਰੋਵਾਈਡ ਕਰਦੀਆਂ ਰਹਿੰਦੀਆਂ ਨੇ। ਦੈਨ the Constitution contains fundamental law of the land. Yes, it is by definition, and provides for the rights and freedom of citizen. Yes. So Constitution ਦੇ ਵਿੱਚ ਜੇ ਇੰਡੀਅਨ ਕਨਸਟੀਟਿਊਸ਼ਨ ਦੀ ਆਪਾਂ ਗੱਲ ਕਰੀਏ, ਪਾਰਟ 3 ਡਾਇਰੈਕਟਲੀ ਰਿਲੇਟਡ ਟੂ ਫੰਡਾਮੈਂਟਲ ਰਾਈਟਸ ਆਫ ਦ ਪੀਪਲ। ਦੈਨ ਕੋਈ ਵੀ ਡਿਸੀਜਨ ਉਹ in order to be legally valid should confer or must confer to the Constitution.
ਇਸ ਦੇਸ਼ ਦੇ ਵਿੱਚ ਕੋਈ ਵੀ ਲਾਅ ਜਾਂ ਕੋਈ ਐਡਮਿਨਿਸਟ੍ਰੇਟਿਵ ਆਰਡਰ ਇਦਾਂ ਦਾ ਨਹੀਂ ਆਊਗਾ ਜੋ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦਾ ਹੋਵੇ, ਤਾਂ ਹੀ ਇਹਨੂੰ ਸੁਪਰੀਮ ਲਾਅ ਆਫ ਲੈਂਡ ਵੀ ਕਿਹਾ ਜਾਂਦਾ। ਸੋ fourth statement is correct. So have to find correct statement and 1, 3, 4 is our answer. Moving to which of the following statement about the Indian Constitution and Cabinet Mission Plan are correct? So as we know that Constitution ਲਿਖਣ ਵਾਸਤੇ ਕਨਸਟੀਟਿਊਐਂਟ ਅਸੈਂਬਲੀ ਦਾ ਜੋ ਫਾਰਮੂਲਾ ਦਿੱਤਾ ਗਿਆ ਸੀਗਾ ਉਹ ਕੈਬਨਿਟ ਮਿਸ਼ਨ ਦੁਆਰਾ ਦਿੱਤਾ ਗਿਆ ਸੀਗਾ। ਲੈਟਸ ਚੈੱਕ ਦ ਇੰਡੀਅਨ ਕਨਸਟੀਟਿਊਸ਼ਨ ਇਜ਼ ਲੌਂਗੇਸਟ ਰਿਟਨ ਕਨਸਟੀਟਿਊਸ਼ਨ ਇਨ ਦ ਵਰਲਡ। ਯੈਸ ਸਰ, ਇਟ ਇਜ਼ ਦ lengthiest and bulkiest constitution of the world. Then the cabinet mission plan of 1946 proposed formation of constituent assembly with 389 members. ਕੀ originally ਜੋ propose ਕੀਤਾ ਗਿਆ ਸੀ ਉਹ 389 ਸੀਗੇ? Yes, 389 ਮੈਂਬਰ ਸੀਗੇ। ਹਾਲਾਂਕਿ ਉਦੋਂ ਤੱਕ ਇੰਡੀਆ ਦਾ ਪਾਰਟੀਸ਼ਨ ਅਨਾਉਂਸ ਨਹੀਂ ਕੀਤਾ ਗਿਆ ਸੀਗਾ। ਸੋ 9 ਦਸੰਬਰ 1946 ਨੂੰ ਜਦੋਂ ਪਹਿਲੀ ਮੀਟਿੰਗ ਹੋਈ ਸੀਗੀ ਤੇ ਕੰਪੋਜੀਸ਼ਨ ਦੇ ਵਿੱਚ 389 ਮੈਂਬਰਸ ਪ੍ਰੋਵਾਈਡ ਕੀਤੇ ਗਏ ਸੀਗੇ। ਦੈਨ the proposal of the cabinet mission plan were unanimously accepted by both the Congress and Muslim League ਕਿ ਦੋਨਾਂ ਨੇ accept ਕਰ ਲਿਆ ਸੀਗਾ। ਦੇਖिए hesitations ਤਾਂ ਕਾਂਗਰਸ ਨੂੰ ਵੀ ਸੀਗੀਆਂ, ਲੇਕਿਨ ਆਪਾਂ ਇੱਕ ਫੈਕਟ ਯਾਦ ਰੱਖਣਾ ਹੈ ਕਿ ਆਲ ਇੰਡੀਆ ਮੁਸਲਿਮ ਲੀਗ ਲੈਡ ਬਾय ਮੁਹੰਮਦ ਅਲੀ ਜਿੰਨਾ ਇਹਨਾਂ ਨੇ ਇਸ ਪ੍ਰਪੋਜ਼ਲ ਨੂੰ ਐਕਸੈਪਟ ਨਹੀਂ ਕੀਤਾ ਸੀਗਾ, ਸਗੋਂ ਕਨਸਟੀਟਿਊਐਂਟ ਅਸੈਂਬਲੀ ਦਾ ਵੀ ਬਾਈਕਾਟ ਕਰ ਦਿੱਤਾ ਗਿਆ ਸੀ। ਤੇ ਦੋ ਪਰਸਨੈਲਿਟੀਜ਼ ਵੀ ਯਾਦ ਰੱਖਣੀ ਹੈ, ਇੱਕ ਮਹਾਤਮਾ ਗਾਂਧੀ, ਮੁਹੰਮਦ ਅਲੀ ਜਿੰਨਾ, ਦੋਨੋਂ ਕਨਸਟੀਟਿਊਐਂਟ ਅਸੈਂਬਲੀ ਦਾ ਪਾਰਟ ਨਹੀਂ ਸੀ। ਦੈਨ ਦ ਕੈਬਨਿਟ ਮਿਸ਼ਨ included Lord Patrick Lawrence, Stafford Cripps and A.V. Alexander. ਸਟੇਟ ਲੈਵਲ ਤੇ ਹੁਣ ਵੀ ਇਸ ਤਰ੍ਹਾਂ ਦੇ ਸਟੈਟਿਕ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ ਕਿ ਫਜ਼ਲ ਅਲੀ ਕਮਿਸ਼ਨ ਦੇ ਮੈਂਬਰ ਕੌਣ-ਕੌਣ ਸੀਗੇ। ਤਾਂ ਕੈਬਨਿਟ ਮਿਸ਼ਨ ਦੇ ਯਾਦ ਰੱਖਣੇ ਆ Lord Patrick Lawrence, Stafford Cripps and A.V. Alexander, all white commission CAV. So here it comes that ਕਿਹੜੇ statement correct ਹੈ and 1, 2, 4 statement are correct. Moving to which of the following statement about the Constituent Assembly of India is correct? The members of Constituent Assembly were indirectly elected and also nominated. तो जे यदि था मैं एक और स्टेटमेंट कहा कि Constituent Assembly was not a popularly elected body. It is a correct statement. How come? So उस वक्त इंडिया दे जिड़ी टेरिटरीज हैं वो प्राइमरली दो तरह तो एडमिनिस्टर हो रही है। एक है ब्रिटिश प्रोविंसेस ਤੇ ਦੂਜੀ ਨੇ ਪ੍ਰਿੰਸਲੀ ਸਟੇਟਸ। ਪ੍ਰਿੰਸਲੀ ਸਟੇਟਸ ਰਾਜੇ ਰਜਵਾੜੇ, ਪਟਿਆਲਾ, ਹੈਦਰਾਬਾਦ, ਨਾਭਾ, ਜੀਂਦ ਐਂਡ ਸੋ ਔਨ, ਇੱਥੇ ਰਾਜੇ ਰਾਜ ਕਰਦੇ ਸੀਗੇ ਬਟ ਅਲਟੀਮੇਟ ਕੰਟਰੋਲ ਪੈਰਾਮਾਉਂਟ ਸੀਗੀ ਬ੍ਰਿਟਿਸ਼ਰਸ ਦੀ। ਦੈਨ ਬ੍ਰਿਟਿਸ਼ ਪ੍ਰੋਵਿੰਸਸ, ਇੱਥੇ ਡੈਮੋਕ੍ਰੇਸੀ ਆ ਚੁੱਕੀ ਸੀ, ਪ੍ਰੋਵਿੰਸ਼ੀਅਲ ਅਸੈਂਬਲੀ ਦੇ ਇਲੈਕਸ਼ਨ ਕਰਾਏ ਜਾ ਰਹੇ ਸੀਗੇ। ਤੋ ਜੋ ਕੈਬਨਿਟ ਮਿਸ਼ਨ ਨੇ ਪ੍ਰਪੋਜ਼ ਕੀਤਾ ਸੀ ਉਹ ਕਿ ਬ੍ਰਿਟਿਸ਼ ਪ੍ਰੋਵਿੰਸਸ ਦੇ ਵਿੱਚ ਜਿਹੜੀ ਪ੍ਰੋਵਿੰਸ਼ੀਅਲ ਅਸੈਂਬਲੀਜ਼ ਹੈ, ਜੋ ਲੋਕਾਂ ਨੇ ਆਪਦੇ ਲੀਡਰ ਚੁਣੇ ਹੋਏ ਨੇ, ਉਹ ਲੀਡਰਸ ਅੱਗੇ ਕਨਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਚੁਣਨਗੇ, ਤਾਂ ਇਹ ਇਨਡਾਇਰੈਕਟ ਇਲੈਕਸ਼ਨ ਹੋ ਗਿਆ। ਤੇ ਪ੍ਰਿੰਸਲੀ ਸਟੇਟ ਦੇ ਵਿੱਚ ਕਿਉਂਕਿ ਕੋਈ ਪ੍ਰੋਵਿੰਸ਼ੀਅਲ ਅਸੈਂਬਲੀ ਨਹੀਂ ਸੀਗੀ, ਉੱਥੇ ਤਾਂ ਰਾਜੇ ਰਜਵਾੜੇ ਰਾਜ ਕਰ ਰਹੇ ਸੀਗੇ, ਤੇ ਉਹਨਾਂ ਨੂੰ ਰਾਈਟ ਦਿੱਤਾ ਗਿਆ ਨੋਮੀਨੇਸ਼ਨ ਦਾ ਕਿ ਰਾਜਾ ਜਿਹਨੂੰ ਵੀ ਨੋਮੀਨੇਟ ਕਰ ਦੂਗਾ ਉਹ ਉਸ ਰਾਜ ਤੋਂ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਮੈਂਬਰ ਹੋਵੇਗਾ। ਦੈਨ following the partition in 1947, the Constituent Assembly had 299 members, of which 2 to 9 were elected by provincial assemblies. 3rd June 1947 ਨੂੰ ਮਾਊਂਟਬੈਟਨ ਪਲਾਨ ਅਨਾਉਂਸ ਕੀਤਾ ਗਿਆ, ਮਤਲਬ ਪਾਰਟੀਸ਼ਨ ਆਫ ਇੰਡੀਆ। ਤੋ ਜੋ original proposal ਸੀਗਾ 389 ਦਾ, ਇਹਨੂੰ ਰਿਡਿਊਸ ਕਰਕੇ 299 ਕਰ ਦਿੱਤਾ ਗਿਆ, ਜਿਹਦੇ 2 to 9 were elected from provincial assemblies and rest were nominated by the princely states. ਤਾਂ ਇਹ ਯਾਦ ਰੱਖਣਾ ਕਿ ਓਰੀਜਨਲੀ 389 ਮੈਂਬਰ ਸੀਗੇ ਤੇ ਪਾਰਟੀਸ਼ਨ ਤੋਂ ਬਾਅਦ 14 ਜੁਲਾਈ 1947 ਨੂੰ ਨੰਬਰ ਰਿਡਿਊਸ ਕਰਕੇ 299 ਕਰ ਦਿੱਤਾ ਗਿਆ ਸੀਗਾ। Objective resolution was moved by Dr. B.R. Ambedkar on 17th December 1946 and adopted on 22nd January 1947. Objective resolution ਅੰਬੇਡਕਰ ਸਾਹਿਬ ਨੇ ਪ੍ਰਪੋਜ਼ ਕੀਤਾ ਸੀਗਾ? Answer is no. Right answer is objective resolution was proposed by ਜਵਾਹਰ ਨਹਿਰੂ ਸਾਹਿਬ। ਔਰ ਇਹਦੇ ਡੇਟ ਵੀ ਅਗਰ ਯਾਦ ਰੱਖਣੀ ਹੋਵੇ ਤਾਂ 17 ਨਹੀਂ 13 ਦਸੰਬਰ 1946 ਨੂੰ ਪ੍ਰਪੋਜ਼ ਕੀਤਾ ਸੀ, ਜਿਹਨੂੰ 22 ਜਨਵਰੀ 1947 ਨੂੰ ਅਡਾਪਟ ਕਰ ਲਿਆ ਗਿਆ ਸੀਗਾ। ਆਬਜੈਕਟਿਵ ਰੈਜ਼ੋਲੂਸ਼ਨ ਇਹਨੂੰ ਕਈ ਕਿਤਾਬਾਂ ਦੇ ਵਿੱਚ ਏਮਸ ਐਂਡ ਆਬਜੈਕਟਿਵ ਰੈਜ਼ੋਲੂਸ਼ਨ ਵੀ ਕਹਿੰਦੇ ਆ। ਸੋ ਬੇਸਿਕ ਗੇਮ ਇਹ ਸੀਗੀ ਕਿ
ਇੱਕ ਤਰ੍ਹਾਂ ਦਾ ਡਾਕੂਮੈਂਟ ਸੀਗਾ ਕਿ ਕਨਸਟੀਟਿਊਸ਼ਨ ਰਾਹੀਂ ਜੋ ਆਪਾਂ ਆਬਜੈਕਟਿਵ ਹਾਸਲ ਕਰਨਾ ਚਾਹੁੰਦੇ ਆ ਉਹਦੀ ਇੱਕ ਇਨਲਿਸਟਿੰਗ ਕੀਤੀ ਗਈ ਸੀਗੀ। ਸੋ ਇਟ ਵਾਸ ਪ੍ਰਪੋਜ਼ਡ ਬਾय ਜਵਾਹਰ ਲਾਲ ਨਹਿਰੂ। ਸਟੇਟਮੈਂਟ ਇਜ਼ ਰੋਂਗ। Some provision of the constitution came into force on November 26, 1949 before the entire constitution came effect into January 26, 1950. So ਦੋ dates importantly याद रखनी है, जिमें preamble ਦੇ ਵਿੱਚ mention भी ਕੀਤਾ ਗਿਆ ਹੈ। 26th day of November 1949 we do hereby adopt, enact and give to ourselves this constitution। तो संविधान पूरा कदों होया, ਉਹਨੂੰ ਲੀਗਲ ਫੋਰਸ ਕਦੋਂ ਮਿਲ ਗਈ ਸੀ ਕਿ ਕੰਪਲੀਟ ਹੋ ਚੁੱਕਿਆ ਹੈ। ਤਾਂ ਯਾਦ ਰੱਖਣਾ 26 ਨਵੰਬਰ 1949 ਨੂੰ ਕਨਸਟੀਟਿਊਸ਼ਨ ਕੰਪਲੀਟ ਹੋ ਚੁੱਕਿਆ ਸੀ, ਅਡਾਪਟ ਵੀ ਕਰ ਲਿਆ ਸੀ, ਇਨੈਕਟ ਵੀ ਕਰ ਲਿਆ ਸੀਗਾ। ਲੇਕਿਨ ਇਹਨੂੰ ਇੰਪਲੀਮੈਂਟ ਕਮੈਂਸ ਉਹ ਕੀਤਾ ਗਿਆ ਹੈ 26 ਜਨਵਰੀ 1950 ਤੋਂ, ਤਾਂ ਹੀ 26 ਜਨਵਰੀ ਨੂੰ ਆਪਾਂ ਰਿਪਬਲਿਕ ਡੇ ਸੈਲੀਬ੍ਰੇਟ ਕਰਦੇ ਹਾਂ। ਲੇਕਿਨ ਕੁਝ ਪ੍ਰੋਵੀਜ਼ਨਸ ਜਿਵੇਂ ਕਿ ਸਿਟੀਜ਼ਨਸ਼ਿਪ, ਇਲੈਕਸ਼ਨਸ, ਇਹ 26 ਜਨਵਰੀ ਤੋਂ ਪਹਿਲਾਂ ਹੀ 26 ਨਵੰਬਰ 1949 ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਸੀਗਾ ਤੇ ਰੈਸਟ ਸਾਰਾ ਦਾ ਸਾਰਾ ਕਨਸਟੀਟਿਊਸ਼ਨ ਉਹ 26 ਜਨਵਰੀ ਤੋਂ ਇੰਪਲੀਮੈਂਟ ਕੀਤਾ ਗਿਆ। ਸੋ ਸਟੇਟਮੈਂਟ ਇਜ਼ ਕਰੈਕਟ ਐਂਡ ਵੀ ਹੈਵ ਟੂ ਫਾਈਂਡ ਆਂਸਰ 1, 2 and 4 ਇਜ਼ ਕਰੈਕਟ ਸਟੇਟਮੈਂਟ। Further, match the following committees of the Constituent Assembly with their respective chairmen। Favorite type ਦਾ question, static question ਕਿ Constituent Assembly डिफरेंट कमेटीज राही अपना काम कर रही सीगी। कुछ मेजर कमेटी सीगे, कुछ माइनर कमेटीज ते उन्हां दे चेयरपर्सन कौन ने। इस तो ऐसे सवाल बनने का स्कोप हुंदा है, कम वो नहीं पूछते। सो हियर इट कम्स, कमेटी ऑन द रूल्स ऑफ प्रोसीजर डॉक्टर राजेंद्र प्रसाद, करेक्ट स्टेटमेंट। माइनॉरिटी सब कमेटी HC मुखर्जी, करेक्ट स्टेटमेंट। स्टेट्स कमेटी जवाहरलाल नेहरू, अगेन करेक्ट। एंड फंडामेंटल राइट्स सब कमेटी JB कृपलानी, ऑल 4 आर करेक्टली मैच्ड। तो ध्यान की रखना है, ध्यान ये रखना है कि ये कमेटीज कुछ कमेटीज नाल ओवरलैप भी करदियां ने, जिवें कि खासकर माइनॉरिटी की सब कमेटी पूछी गई है ते फंडामेंटल राइट्स की भी सब कमेटी पूछी गई है। ते जे एक होर आपां मेजर कमेटी की गल करिए, कमेटी ऑन फंडामेंटल राइट्स, माइनॉरिटीज, ट्राइबल एंड एक्सक्लूडेड एरिया, जो मेजर कमेटी सीगी वो सीगी सरदार पटेल दे अंडर। इस कमेटी नूं पंजाब PCS ऑलरेडी पूछ चुका है। सो कमेटी ते सब कमेटी का ध्यान रखना है। मूविंग टू मैच द फॉलोइंग सोर्सेज विद देयर रिस्पेक्टिव कंट्रीब्यूशंस टू द इंडियन कॉन्स्टिट्यूशन। आपा केड़े कॉन्स्टिट्यूशन तो इंस्पायर होके केड़ी प्रोविजन लई है। आयरिश कॉन्स्टिट्यूशन, मेथड ऑफ इलेक्शन ऑफ प्रेसिडेंट। ऑस्ट्रेलियन, जॉइंट सिटिंग ऑफ द पार्लियामेंट। रशियन, फंडामेंटल ड्यूटीज। द जर्मनी, सस्पेंशन ऑफ फंडामेंटल राइट्स, और आर करेक्टली मैच्ड। आयरिश तो सब तो इंपॉर्टेंट वैसे याद रखना डायरेक्टिव प्रिंसिपल ऑफ स्टेट पॉलिसी, जो ज्यादा पूछा जाता है। तो अपार्ट फ्रॉम डायरेक्टिव प्रिंसिपल ऑफ स्टेट पॉलिसी आप आयरिश कॉन्स्टिट्यूशन तो मेथड ऑफ इलेक्शन ऑफ प्रेसिडेंट भी लिया है। देन ऑस्ट्रेलिया इज मोर अबाउट कोऑपरेटिव फेडरलिज्म, जिवे इंटरस्टेट ट्रेड एंड कॉमर्स, कॉन्करेंट लिस्ट के नाल ही जॉइंट सिटिंग ऑफ बोथ हाउस ऑफ पार्लियामेंट। देन रशियन, इट इज फंडामेंटल ड्यूटीज। ओरिजिनल कॉन्स्टिट्यूशन ਦੇ ਵਿੱਚ फंडामेंटल ड्यूटीज ਦਾ ਚੈਪਟਰ ਨਹੀਂ ਸੀਗਾ। बाय 42nd कॉन्स्टिट्यूशनल अमेंडमेंट 1976 फंडामेंटल ड्यूटीज वर इंक्लूडेड इन द इंडियन कॉन्स्टिट्यूशन, इंस्पायर्ड बाय रशियन या USSR या सोवियत यूनियन, जो इसी कंट्री का पुराना नाम है, वो भी ऑप्शन ਦੇ ਵਿੱਚ हो सकता है। ਤੇ लास्टली हिटलर तो ਆਪਾਂ ਕੀ उम्मीद करिए, मतलब याद रखने का तरीका है कि ड्यूरिंग नेशनल इमरजेंसी जो फंडामेंटल राइट सस्पेंड होंगे ने, वो कॉन्सेप्ट आप जर्मनी तो लिया होगा। देन which of the following statement is correct about women members of the Constituent Assembly? So ਪਿਛਲੀ 26 ਜਨਵਰੀ ਜਦੋਂ ਆਪਾਂ ਰਿਪਬਲਿਕ ਡੇ ਸੈਲੀਬ੍ਰੇਟ ਕੀਤਾ ਸੀਗਾ ਤੇ ਕਾਫੀ ਸਾਰੇ ਆਰਟੀਕਲਸ ਲਿਖੇ ਗਏ ਸੀਗੇ ਨਿਊਜ਼ਪੇਪਰਸ ਦੇ ਵਿੱਚ, ਤੇ ਉਹਦੇ ਵਿੱਚ ਕੁਝ ਇੰਪੋਰਟੈਂਟ ਆਰਟੀਕਲ ਸੀ ਅਬਾਊਟ ਦ ਕੰਟਰੀਬਿਊਸ਼ਨ ਆਫ ਔਮਨ ਮੈਂਬਰ ਇਨ ਦ ਕਨਸਟੀਟਿਊਐਂਟ ਅਸੈਂਬਲੀ। ਸੋ ਟੋਟਲ 15 women were the part of Constituent Assembly ਤੇ ਉਹਨਾਂ ਦੇ ਯੋਗਦਾਨ ਤੇ ਇੱਕ ਸਵਾਲ ਬਣ ਸਕਦਾ ਹੈ। ਪਹਿਲੀ ਸਟੇਟਮੈਂਟ, हंसा मेहता, अमृत कौर advocated for uniform civil code to be included under fundamental rights। पहली गल तो नाम याद कर लेने, हंसा मेहता, राजकुमारी अमृत कौर, दोनों ही कॉन्स्टिट्यूएंट असेंबली दे मैंबर सीगे ते इन्होंने यूनीफॉर्म सिविल कोड की वकालत की सीगी। हालांकि उन्होंने फंडामेंटल राइट दे विच इंक्लूड नहीं किया, डायरेक्टिव प्रिंसिपल ऑफ स्टेट पॉलिसी दे विच आर्टिकल 44 दे विच रखा गया। दैन
women members played a significant role in strengthening the importance of directive principle of state policy. Yes sir, ਜਦੋਂ directive principle of state policy ਬਣ ਰਹੀ ਸੀਗੀ ਤੇ ਉਹਦੇ ਚ ਚਿਲਡਰਨ ਨੂੰ ਲੈ ਕੇ, ਵਿਮਨ ਨੂੰ ਲੈ ਕੇ, ਯੂਥ ਨੂੰ ਲੈ ਕੇ ਜੋ ਪ੍ਰੋਵੀਜ਼ਨਸ ਰੱਖੀਆਂ ਗਈਆਂ ਉਹਦੀ ਐਡਵੋਕੇਸੀ ਵਿਮਨ ਮੈਂਬਰਸ ਨੇ ਕੀਤੀ ਸੀ। ਦੈਨ ਅੰਮ੍ਰਿਤ ਕੌਰ ਵਾਰਨਡ against absolute freedom of religion, arguing it could perpetuate harmful practices. This is also true. Like Indian Constitution ਦੀ ਜੋ ਇੱਕ ਥੀਮ ਹੈ ਸੈਕੂਲਰਿਜ਼ਮ, तो ਸੈਕੂਲਰਿਜ਼ਮ ਨੂੰ ਵਿਮਨ ਮੈਂਬਰਸ ਨੇ ਬਹੁਤ ਪ੍ਰਮੋਟ ਕੀਤਾ ਸੀ ਕਿ ਅਗਰ ਆਪਾਂ ਰਿਲੀਜਨ ਨੂੰ ਖੁੱਲੀ ਛੂਟ ਦੇ ਦਾਂਗੇ ਤਾਂ ਇਹ ਹਾਰਮਫੁਲ ਪ੍ਰੈਕਟਿਸਿਸ ਨੂੰ ਵਧਾਵਾ ਦੇ ਸਕਦੀਆਂ। ਤੇ ਉਹਦੇ ਵਿੱਚ ਵੀ ਵਿਮਨ ਇੰਪਾਵਰਮੈਂਟ, ਕਿਉਂਕਿ ਬਹੁਤ ਸਾਰੀ ਰਿਲੀਜੀਅਸ ਪ੍ਰੈਕਟਿਸਿਸ ਵਿਦ ਆਲ ਡਿਊ ਰਿਸਪੈਕਟ ਇਦਾਂ ਦੀਆਂ ਨੇ ਜੋ ਵਿਮਨ ਡਿਗਨਿਟੀ ਦੇ ਅਗੇਂਸਟ ਜਾਂਦੀਆਂ ਨੇ। ਤਾਂ ਫੰਡਾਮੈਂਟਲ ਰਾਈਟ ਟੂ ਰਿਲੀਜਨ ਦੇ ਉੱਤੇ ਰੀਜ਼ਨੇਬਲ ਰਿਸਟ੍ਰਿਕਸ਼ਨ ਨੂੰ ਵੀ ਪ੍ਰਪੋਜ਼ ਕੀਤਾ ਵਿਮਨ ਮੈਂਬਰਸ ਨੇ। ਸੋ ਸਟੇਟਮੈਂਟ ਆਪਾਂ ਯਾਦ ਕਰ ਲੈਣਾ। ਇਹਨੂੰ ਤੁਸੀਂ ਮੇਨਸ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜੇ ਇਸ ਤੋਂ ਰਿਲੇਟਡ ਕੋਈ ਕੁਐਸਚਨ ਆਉਂਦਾ ਤਾਂ। ਸੋ all three are correct statements. Which of the following objectives are enshrined in preamble of the Indian Constitution? Justice, that is social, economic, political. Liberty, किस चीज दी liberty ਦਿੱਤੀ ਗਈ ਹੈ? Of thought, expression, belief, faith and worship. Then equality, किस चीज दी equality? Status and opportunity. And further, integrity of which? Of the nation. All are correct. So preamble ਦੇ ਵਿੱਚੋਂ ਇੱਕ ਫੇਵਰਿਟ ਜ਼ੋਨ ਹੈ ਉਹਨਾਂ ਦੇ ਕੁਐਸਚਨ ਪੁੱਛਣ ਦਾ, ਕੀਵਰਡਸ ਨੂੰ ਜੰਬਲਡ ਕਰਕੇ ਦੇ ਦੇਣਗੇ ਕਿ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ, ਰਿਪਬਲਿਕ, ਤੇ ਜੰਬਲ ਕਰਕੇ ਦੇ ਦੇਣਗੇ। ਫਿਰ ਕਹਿਣਗੇ ਕਿ ਸਹੀ ਆਰਡਰ 'ਚ ਕਰੋ ਜਾਂ ਮਿਡਲ 'ਚ ਕਿਹੜਾ ਆਉਂਦਾ। ਜਿਵੇਂ 50 ਪੀਸੀਐਸ ਪੁੱਛ ਗਿਆ, ਜਸਟਿਸ, ਲਿਬਰਟੀ, ਇਕੁਐਲਿਟੀ ਨੂੰ ਜੰਬਲ ਕੀਤਾ ਤੇ ਫਿਰ ਕਿਹਾ ਕਿ ਇਹਦੇ ਵਿੱਚੋਂ ਸੈਂਟਰ ਦੇ ਵਿੱਚ ਕਿਹੜਾ ਆਉਂਦਾ ਗਾ। ਤਾਂ ਕੀਵਰਡਸ ਦੀ ਜੋ ਪੋਜੀਸ਼ਨਿੰਗ ਹੈ ਉਹ ਆਪਾਂ ਯਾਦ ਕਰਨੀ ਹੈ। ਔਰ ਨਾਲ ਹੀ ਅਗਲਾ ਡੀਪਰ ਇਹ ਹੋ ਸਕਦਾ ਹੈ ਕਿ ਇਹਨਾਂ 'ਚ ਹੀ ਕੁਝ ਮਿਕਸ ਮੈਚ ਕੀਤਾ ਜਾਵੇ। ਜਿਵੇਂ ਕਹਿ ਸਕਦੇ ਨੇ ਲਿਬਰਟੀ ਆਫ ਇਕੋਨਮੀ ਇਜ਼ ਪ੍ਰੋਵਾਈਡਡ, ਲਿਬਰਟੀ ਆਫ ਇਕੋਨਮੀ ਇਜ਼ ਨਾਟ ਪ੍ਰੋਵਾਈਡਡ। ਰਾਦਰ ਜਸਟਿਸ, ਸੋਸ਼ਲ, ਇਕਨੋਮਿਕ, ਪੋਲੀਟੀਕਲ ਤੇ ਲਿਬਰਟੀ ਦਿੱਤੀ ਗਈ ਥॉट, ਐਕਸਪ੍ਰੈਸ਼ਨ, ਬਿਲੀਫ, ਫੇਥ ਐਂਡ ਵਰਸ਼ਿਪ ਦੀ। तो ਇਹ ਕੀਵਰਡਸ से ਆਪਾਂ क्वेश्चन प्रिपेयर कर ਲਵਾਂਗੇ। मूविंग टू हाउ मेनी ऑफ द फॉलोइंग स्टेटमेंट रिगार्डिंग सोशलिस्ट इन द कंटेक्स्ट ऑफ preamble आर inaccurate? किड़े inaccurate ने? The term was included in the preamble by 42nd Amendment 1976. तो याद रखना word socialist, secular and integrity. ਇਹ ओरिजिनल कॉन्स्टिट्यूशन ਦੇ ਵਿੱਚ ਨਹੀਂ ਸੀਗੇ, ਸਗੋਂ 42nd Amendment 1976 ਰਾਹੀਂ ਇਹਨਾਂ ਨੂੰ preamble ਦੇ ਵਿੱਚ ਐਡ ਕੀਤਾ ਗਿਆ ਸੀਗਾ। ਇੱਕੋ ਹੀ ਅਮੈਂਡਮੈਂਟ ਹੋਈ ਹੈ preamble ਦੇ ਵਿੱਚ, ਉਹ ਆਪਾਂ ਯਾਦ ਕਰ ਲੈਣੀ ਹੈ। 42nd Amendment ਤੇ ਸਿਰਫ socialist, secular and integrity words were added. Then India's socialism is a form of democratic socialism, not a state socialism, which entails complete nationalization of resources. ਜਿਵੇਂ ਕਿ CEM ਜॉर्ज ਸਾਹਿਬ ਦੀ ਇੱਕ ਕੋਟ ਹੈ, that socialism is like a hat, टोपी, and because it is worn by many heads, its original shape is distorted. तो लेनिन ਦਾ ਸੋਸ਼ਲਿਜ਼ਮ ਅਲੱਗ ਹੋਊਗਾ, ਸਟਾਲਿਨ ਦਾ ਅਲੱਗ ਹੋਊਗਾ, ਮਾਓ ਜ਼ੇਡੋਂਗ ਦਾ ਅਲੱਗ ਹੋਊਗਾ। ਆਪਾਂ ਕਿਹੜਾ ਰੱਖਿਆ ਹੋਇਆ? तो याद रखना ਆਪਾਂ ਲਿਆ ਡੈਮੋਕ੍ਰੈਟਿਕ ਸੋਸ਼ਲਿਜ਼ਮ, ਜਾਂ ਇਹਨੂੰ ਫਾਬੀਅਨ ਸੋਸ਼ਲਿਜ਼ਮ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਨੈਸ਼ਨਲਾਈਜੇਸ਼ਨ ਆਫ ਐਵਰੀ ਪ੍ਰੋਪਰਟੀ इज नॉट नेसेसरी। सगो ऐसे डेमोक्रेटिक सोशलिज्म तो सानू मिलती है मिक्स्ड इकोनॉमी। मिक्स्ड इकोनॉमी इज पैरेलल एग्जिस्टेंस ऑफ गवर्नमेंट सेक्टर एंड प्राइवेट सेक्टर। साडे कोल प्राइवेट स्कूल भी ने, सरकारी स्कूल भी ने, प्राइवेट हॉस्पिटल भी हैं, सरकारी हॉस्पिटल भी हैं। जे PRTC पंजाब चलती है तो बहुत सारी प्राइवेट बस सर्विस, ऑर्बिट, जुझार, इस तरह की भी बस सर्विसेज चलती ने। सो इट इज करेक्ट। देन Indian socialism integrates both Marxist and Gandhian principle with a stronger inclination towards Gandhian socialism. तो हाँ, साडा भी सोशलिज्म जिवें दुनिया भर दा सोशलिज्म मार्क्सिस्ट विचारधारा तो प्रभावित है। तो ऐदा ही इंडियन सोशलिज्म इज also inspired by Marxism but heavily tilting towards Gandhism। मतलब कि आपां सोशलिज्म दे गोल अचीव करने आ, बट आपां मार्क्स दी आर्म्ड रिबेलियन वाली, आर्म्ड रिवोल्यूशन वाली गल नूं नहीं फॉलो करते। आपां कहने आ ਆਪਾਂ ਸੋਸ਼ਲਿਸਟ ਗੋਲ ਅਚੀਵ ਕਰਾਂਗੇ ਬਟ ਥਰੂ ਡੈਮੋਕ੍ਰੈਟਿਕ ਮੀਨਸ, ਅਹਿੰਸਾ ਦੇ ਰਸਤੇ ਤੇ ਚੱਲਦੇ ਹੋਇਆ ਡੈਮੋਕ੍ਰੈਟਿਕ ਜਾਂ ਫਿਰ ਸੋਸ਼ਲਿਸਟ ਗੋਲ ਅਚੀਵ ਕੀਤੇ ਜਾਣਗੇ। ਦੈਨ the 1991 economic reforms of liberalization, privatization and globalization have reinforced
India's socialist nature, and this is a wrong statement. Rather, it is a criticism. So देखिए, ਹੁੰਦਾ ਇਹ ਹੈ ਕਿ ਜੋ ਸੋਸ਼ਲਿਜ਼ਮ ਦਾ ਕਨਸੈਪਟ ਹੈ ਉਹ ਸਟੇਟ ਨੂੰ ਜ਼ਿਆਦਾ ਪਾਵਰ ਦਿੰਦਾ ਹੈ, ਪ੍ਰਾਈਵੇਟ ਸੈਕਟਰ ਨੂੰ ਘੱਟ। ਜਿਹੜੇ ਐਲਪੀਜੀ ਰਿਫਾਰਮ ਨੇ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਇਹ ਸਟੇਟ ਨੂੰ ਰਿਸੀਡ ਕਰਦੇ ਨੇ ਤੇ ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਸਪੇਸ ਦਿੰਦੇ ਨੇ। ਤਾਂ ਸਗੋਂ ਕਾਫੀ ਥਿੰਕਰ ਇਹ ਕਹਿੰਦੇ ਨੇ ਕਿ ਐਲਪੀਜੀ ਰਿਫਾਰਮ ਨੇ ਇੰਡੀਆ ਦੇ ਸੋਸ਼ਲਿਸਟ ਕੈਰੈਕਟਰ ਨੂੰ ਹਿੱਟ ਕੀਤਾ ਹੈ। ਹਾਲਾਂਕਿ ਉਹ ਡਿਬੇਟ ਦਾ ਟੌਪਿਕ ਹੋ ਸਕਦਾ ਹੈ, ਬਟ ਕਿਸੇ ਵੀ ਹਾਲ 'ਚ ਆਪਾਂ ਇਹਨੂੰ ਰੀਇਨਫੋਰਸਿੰਗ ਫੋਰਸ ਦਾ ਨਹੀਂ ਕਵਾਂਗੇ। ਸੋ ਫੋਰਥ ਸਟੇਟਮੈਂਟ ਇਜ਼ ਰੋਂਗ, ਰੈਸਟ ਆਰ ਕਰੈਕਟ। So Appa Labni is inaccurate. So only one statement is inaccurate, that is the fourth one. Moving to, which of the following statements regarding the preamble of Indian Constitution is correct? The preamble is not a part of the Indian Constitution. कि preamble Constitution the part नहीं है। So याद रखना, रे बेरूबारी यूनियन केस दे विच 1960 Supreme Court held that preamble is not a part of Indian Constitution. But in 1973, in case Anand Bharti versus State of Kerala, Supreme Court overruled its earlier judgment and held that preamble is important and integral part of the Constitution. So, at the time, preamble Constitution the important part है. So, पहली statement inaccurate है. Then, the preamble serves as the source of power and limitation according to Kesavanand Bharti. Wrong statement. So, याद रखना, preamble ਦੀ nature neutral है. ਪ੍ਰੈਂਬਲ ਨਾ ਤਾਂ ਸਟੇਟ ਨੂੰ ਕੋਈ ਪਾਵਰ ਦਿੰਦੀ ਹੈ, ਨਾ ਹੀ ਸਟੇਟ ਦੀ ਪਾਵਰ ਤੇ ਰੋਕ ਲਾਉਂਦੀ ਹੈ, ਕਿਉਂਕਿ ਸਟੇਟ ਨੂੰ ਪਾਵਰ ਦੇਣ ਦਾ ਜਾਂ ਰੋਕ ਲਾਉਣ ਦਾ ਕੰਮ ਆਰਟੀਕਲਸ ਦਾ ਹੈ, ਪ੍ਰੋਵੀਜ਼ਨਸ ਦਾ ਹੈ। ਤੋ ਆਰਟੀਕਲ ਪ੍ਰੋਵਾਈਡ ਕਰਦੇ ਨੇ ਪ੍ਰੈਂਬਲ ਇਜ਼ ਨਿਊਟਰਲ ਇਨ ਨੇਚਰ, ਇਟ ਇਜ਼ ਰਾਦਰ ਦ ਇੰਟਰੋਡਕਸ਼ਨ of the constitution, it is philosophical part of the constitution. Then the preamble is not just a statement of ideas but also source of law. ਜਦੋਂ ਇਹ ਕੋਈ ਪਾਵਰ ਸਟੇਟ ਨੂੰ ਨਹੀਂ ਦਿੰਦੀ ਹੈ ਤਾਂ source of law ਨਹੀਂ ਹੈ ਸਰ, ਸਗੋਂ source of law ਤੁਹਾਡੇ provisions ਹੋਣਗੇ। And lastly, the preamble is an integral part of the constitution but does not serve as source of power and limitation. This is the correct statement. Part है constitution ਦਾ, लेकिन स्टेट ਨੂੰ ਕੋਈ ਪਾਵਰ ਨਹੀਂ ਪ੍ਰੋਵਾਈਡ ਕਰਦਾ ਹੈ, ਬਟ ਇੰਟੈਗਰਲ ਪਾਰਟ ਹੈ। ਸੋ ਡੀ ਆਪਸ਼ਨ ਇਜ਼ ਕਰੈਕਟ। ਲਾਸਟਲੀ, regarding the preamble to the Indian Constitution, consider the following statement. It is based on objective resolution introduced by Sardar Patel to the Constituent Assembly. Now it's half truth. So preamble ਦਾ base ਇਹ ਚੰਗੀ ਤਰ੍ਹਾਂ ਆਪਾਂ ਯਾਦ ਕਰ ਲੈਣਾ। Objective resolution ਜਿਹੜਾ ਜਵਾਹਰ ਲਾਲ ਨਹਿਰੂ ਸਾਹਿਬ ਨੇ ਇੰਟਰੋਡਿਊਸ ਕੀਤਾ ਸੀਗਾ ਕਿ ਸੰਵਿਧਾਨ ਦੇ ਟੀਚੇ ਕੀ ਹੋਣ, ਉਸੇ ਡਾਕੂਮੈਂਟ ਨੂੰ ਬੇਸ ਬਣਾ ਕੇ ਆਪਾਂ ਆਪਣੀ ਪ੍ਰੈਂਬਲ ਲਿਖੀ ਹੈ, ਬਟ ਨਾਟ ਬਾय ਪਟੇਲ, ਰਾਦਰ ਬਾय ਜਵਾਹਰ ਲਾਲ ਨਹਿਰੂ। Then it serves as a key to understanding the framers' intention behind the constitution. ਜਿਵੇਂ UPSC ਵੀ ਇਹ ਸਟੇਟਮੈਂਟ ਪਾ ਚੁੱਕਿਆ ਕਿ which of the part of Indian Constitution act as a key to unravel the minds of constitutional makers. So it is the preamble. ਇੱਕ ਕੀ, ਇੱਕ ਕੁੰਜੀ ਵਜੋਂ ਕੰਮ ਕਰਦੀ ਹੈ ਕਿ ਕਨਸਟੀਟਿਊਸ਼ਨ ਮੇਕਰਸ ਨੇ ਜਿਹੜੀ ਡਿਫਰੈਂਟ ਪ੍ਰੋਵੀਜ਼ਨਸ ਕਨਸਟੀਟਿਊਸ਼ਨ ਦੇ ਵਿੱਚ ਰੱਖੀਆਂ ਨੇ, ਜਿਵੇਂ ਪਾਰਲੀਮੈਂਟ ਨੂੰ ਕੁਝ ਪਾਵਰ ਦਿੱਤੀਆਂ, ਤਾਂ ਕੀ ਸੋਚ ਕੇ ਰੱਖਿਆ, ਕਿਉਂਕਿ ਇੱਥੇ ਡੈਮੋਕ੍ਰੇਸੀ ਵਰਡ ਯੂਜ਼ ਹੋਏਗਾ। ਦੈਨ ਇਟ ਇਜ਼ ਨਾਟ ਰਿਕਗਨਾਈਜ਼ਡ ਐਜ਼ ਅ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ, ਸਟੇਟਮੈਂਟ ਇਜ਼ ਰੋਂਗ। ਇਨ ਦ Kesavanand Bharti, it is important and integral part of the constitution. Further, the Supreme Court has stated that the preamble can be used to interpret various constitutional provision. Now, this is very important. ਆਪਾਂ ਕਹਿ ਰਹੇ ਹਾਂ ਕਿ preamble state ਨੂੰ ਕੋਈ ਪਾਵਰ ਨਹੀਂ ਪ੍ਰੋਵਾਈਡ ਕਰਦੀ, ਨਾ ਹੀ ਰੋਕ ਲਾਉਂਦੀ ਆ, ਲੇਕਿਨ ਸੁਪਰੀਮ ਕੋਰਟ ਨੇ ਹੋਲਡ ਕੀਤਾ ਹੈ ਕਿ preamble ਨੂੰ constitution ਦੀ better interpretation ਵਾਸਤੇ ਅਸੀਂ use ਕਰ ਸਕਦੇ ਹਾਂ। ਤਾਂ ਬਸ ਇੱਕ ਚੀਜ਼ ਯਾਦ ਰੱਖਣੀ ਹੈ, preamble can be used for the interpretation of the constitution. So this is correct. Hence, we are having two statements are correct. So these were the 10 questions. ਏਦਾਂ ਹੀ 10-10 question ਆਪਾਂ different subjects ਦੇ ਕਰਾਂਗੇ daily basis ਤੇ, starting with polity, economy and international relation. ਤਾਂ ਕੁਝ ਪੜ੍ਹਾਈ ਸਾਡੀ ਹੱਸਦੇ ਖੇਡਦਿਆਂ ਵੀ ਤਿਆਰ ਹੋ ਸਕੇ। ਤੁਸੀਂ ਸਿਰਫ ਇਹ 10 questions follow ਕਰਨੇ ਆ ਤੇ ਆਪਣੀ ਤਿਆਰੀ ਨੂੰ ਕੰਸੋਲੀਡੇਟ ਕਰਨਾ ਹੈ। ਆਪਾਂ ਇਹ 10 ਕੁਐਸਚਨਾਂ ਰਾਹੀਂ ਸਾਰੇ ਸਿਲੇਬਸ ਨੂੰ ਕਵਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। That will be all. Thank you so much.